ਸਾਹਿਬ ਜੀ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤੁਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਕਹਾਂ ਲਾਗੇ ਕੀਟ ਬਖਾਨੈ, ਮਹਿਮਾ ਤੋਰ ਤੂੰ ਹੀ ਪ੍ਰਭ ਜਾਨੈ। ਪਿਤਾ ਜਨਮ ਜਿਵ ਪੂਤ ਨ ਪਾਵੈ, ਕਹਾਂ ਤਵਨ ਕਾ ਭੇਦ ਬਤਾਵੈ। ਤੁਮਹਿ ਪ੍ਰਭਾ ਤੁਮਹਿ ਬਨ ਆਈ, ਔਰਨ ਤੇ ਲਗ ਜਾਤ ਬਤਾਈ। ਹੋ ਆਇਆ ਦੂਰੋਂ ਚੱਲ ਕੇ, ਮੈਂ ਤਕੀ ਤੋ ਸਰਨਾਏ ਜਿਉ। ਮੈਂ ਆਸਾ ਰਖੀ ਚਿਤ ਮੈਂ, ਮੇਰਾ ਸਭੋ ਦੁਖ ਗਵਾਏ ਜਿਉ। ਸੁਕਾਉ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੇ, ਜਨਮ ਮਰਨ ਦੁਖ ਜਾਏ। ਹੋਵੈ ਸਿਫਤਕ ਸੰਬੰਧੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹਲਾ ਪਹਿਲਾ। ਜੀਵਾ ਤੇਰਾ ਨਾਏ ਮਨ ਆਨੰਦ ਹੈ ਜਿਉ। ਸਾਚੋ ਸਾਚਾ ਨਾਉ ਗੁਣ ਗੋਵਿੰਦ ਹੈ ਜਿਉ। ਗੁਰ ਗਿਆਨ ਆਪਾਰਾ ਸਿਰਜਣਹਾਰਾ, ਜਿਨ ਸਿਰਜੀ ਤਿਨ ਗੋਈ। ਪਰਵਾਣਾ ਆਇਆ ਹੁਕਮ ਪਠਾਇਆ, ਫੇਰ ਨਾ ਸਕਾ ਕੋਈ। ਆਪੇ ਕਰ ਵੇਖੇ ਸਿਰ ਸਿਰ ਲੇਖਾ, ਆਪੇ ਸੁਰਤ ਬੁਝਾਈ। ਨਾਨਕ ਸਾਹਿਬ ਅਗਮ ਅਗੋਚਰ, ਜੀਵਾ ਸੱਚੀ ਨਾਈ। ਜੀਵਾ ਤੇਰੇ ਨਾਏ ਮਨ ਆਨੰਦ ਹੈ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ,
ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦੇ ਇਸ ਭਾਗ ਸਮੇਂ ਸਾਨੂੰ ਬਖਸ਼ਿਸ਼ ਕੀਤੇ। ਆਪ ਸੰਗਤਾਂ ਗੁਰਬਾਣੀ ਪੜ੍ਹਨ ਵਾਸਤੇ, ਗੁਰਬਾਣੀ ਸਰਵਨ ਕਰਨ ਵਾਸਤੇ ਔਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੇ ਦਰਸ਼ਨ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਆ ਕੇ ਇਕੱਤਰਤ ਹੋਏ ਹੋ, ਸੁਭਾਏਮਾਨ ਹੋਏ ਹੋ। ਸੋ ਇਸ ਵੇਲੇ ਆਪਾਂ ਸਤਿਗੁਰਾਂ ਦੀ ਜੋ ਅਗੰਮੀ ਬਾਣੀ ਦੀ ਕਥਾ ਵਿਚਾਰ ਹੈ, ਸ਼ਬਦ ਦਰ ਸ਼ਬਦ ਸਰਵਨ ਕਰਕੇ ਮਨੁੱਖਾ ਜਨਮ ਦਾ ਵੱਡਾ ਭਾਰੀ ਲਾਭ ਪ੍ਰਾਪਤ ਕਰ ਰਹੇ ਹਾਂ। ਸੋ ਆਓ ਕੁਝ ਸਮੇਂ ਲਈ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ। ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਜੋ ਸਾਡੇ ਕੰਨਾਂ ਵਿੱਚ ਪੈ ਰਹੇ ਨੇ, ਸਾਡੇ ਹਿਰਦੇ ਵਿੱਚ ਸਮਾ ਰਹੇ ਨੇ, ਐਸੇ ਬਚਨਾਂ ਨੂੰ ਸਰਵਨ ਕਰਕੇ ਨਿਹਾਲ ਹੋਈਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹਲਾ ਪਹਿਲਾ। ਤਨਾਸਰੀ ਰਾਗ ਦਾ ਨਾਮ ਹੈ। ਤਨਾਸਰੀ ਰਾਗ ਦੇ ਅੰਦਰ ਗੁਰੂ ਨਾਨਕ ਦੇ ਪਾਤਸ਼ਾਹ ਜੀਆਂ ਦਾ ਇਹ ਸ਼ਬਦ ਹੈ। ਇਸ ਰਾਗ ਨੂੰ ਦਿਨ ਦੇ ਤੀਜੇ ਪਹਿਰ ਗਾਇਆ ਜਾ ਸਕਦਾ ਹੈ। ਜਦੋਂ ਰਾਗ ਪੜ੍ਹਨ ਵਾਲੇ ਗਵਈਏ, ਗੁਰੂ ਘਰ ਦੇ ਕੀਰਤਨੀਏ ਜਦੋਂ ਰਾਗ ਪੜ੍ਹਦੇ ਨੇ, ਰਾਗ ਦਾ ਇੱਕ ਸਮਾਂ ਹੈ, ਉਹ ਸਮੇਂ ਦੇ ਵਿੱਚ ਰਾਗ ਨੂੰ ਗਾਇਆ ਜਾਂਦਾ। ਇਸ ਰਾਗ ਨੂੰ ਤੀਜਾ ਪਹਿਰ ਲਿਖਿਆ ਵੀ ਤੀਜੇ ਪਹਿਰ ਦੇ ਅੰਦਰ ਇਹ ਰਾਗ ਗਾਇਆ ਜਾਵੇਗਾ। ਜਿਵੇਂ ਹੁਣ ਬਸੰਤ ਰਾਗ ਪੜ੍ਹਿਆ ਜਾਂਦਾ, ਬਸੰਤ ਰਾਗ ਦੀਆਂ ਪੌੜੀਆਂ ਪੜ੍ਹੀਆਂ ਜਾਂਦੀਆਂ, ਸੋ ਉਹਦਾ ਸਮਾਂ ਇਹ ਚੱਲਦਾ ਪਿਆ ਹੈ। ਜਿਵੇਂ ਕਿ ਮਾਘ ਦੀ ਸੰਗਰਾਂਦ ਤੋਂ ਲੈ ਕੇ ਹੋਲੇ ਮਹੱਲੇ ਤੱਕ ਇਸ ਰਾਗ ਨੂੰ ਜਦੋਂ ਮਰਜ਼ੀ ਪੜ੍ਹਿਆ ਜਾ ਸਕਦਾ ਹੈ, ਪਰ ਇਹ ਕੇਵਲ 2-3 ਮਹੀਨੇ ਸਾਲ ਦੇ ਵਿੱਚ ਇਸ ਰਾਗ ਨੂੰ ਪ੍ਰਾਪਤ ਹੁੰਦਾ। ਉਸ ਤੋਂ ਉਪਰੰਤ ਹੋਲੇ ਮਹੱਲੇ ਤੋਂ ਸਮਾਪਤੀ ਹੋਵੇਗੀ, ਫਿਰ ਜਾ ਕੇ ਅਗਲੇ ਸਾਲ ਨੂੰ ਮਾਘ ਦੀ ਸੰਗਰਾਂਦ ਤੋਂ ਇਹ ਰਾਗ ਪ੍ਰਾਰੰਭ ਹੋਵੇਗਾ। ਸੋ ਕੁਝ ਰਾਗ ਇਹੋ ਜਿਹੇ ਨੇ ਜਿਹੜੇ ਸਾਲ ਦੇ ਵਿੱਚ ਕੁਝ ਮਹੀਨੇ ਗਾਏ ਜਾਂਦੇ ਔਰ ਗਾਏ ਜਦੋਂ ਮਰਜ਼ੀ ਜਾ ਸਕਦੇ। ਕੁਝ ਰਾਗ ਉਹ ਨੇ ਜਿਨ੍ਹਾਂ ਦਾ ਇੱਕ ਸਮਾਂ ਹੈ, ਉਸੇ ਸਮੇਂ ਮੁਤਾਬਕ ਉਹ ਸਾਰਾ ਸਾਲ ਗਾਏ ਜਾਂਦੇ। ਜਿਵੇਂ ਧਨਾਸਰੀ ਰਾਗ ਹੈ, ਇਹ ਸਾਰਾ ਸਾਲ ਗਾਇਆ ਜਾ ਸਕਦਾ, ਪਰ ਇਸ ਨੂੰ ਗਾਉਣ ਦਾ ਸਮਾਂ ਦਿਨ ਦਾ ਤੀਜਾ ਪਹਿਰ ਹੈ। ਤੀਜੇ ਪਹਿਰ ਦੇ ਅੰਦਰ ਇਹ ਰਾਗ ਗਾ ਕੇ ਇਸ ਨੂੰ ਸਰਵਣ ਕੀਤਾ ਜਾ ਸਕਦਾ। ਸੋ ਸਤਿਗੁਰੂ ਪਾਤਸ਼ਾਹ ਜੀ ਧਨਾਸਰੀ ਰਾਗ ਦੇ ਅੰਦਰ ਪਹਿਲੇ ਗੁਰੂਦੇਵ ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ। ਸਤਿਗੁਰੂ ਬਖਸ਼ਿਸ਼ ਕਰਦੇ, ਐ ਅਕਾਲ ਪੁਰਖ, ਜਦੋਂ ਅਸੀਂ ਆਪ ਜੀ ਦੇ ਨਾਮ ਨੂੰ ਜਪਦੇ ਹਾਂ, ਉਸ ਵੇਲੇ ਸਾਡਾ ਜਿਉਣਾ ਹੁੰਦਾ। ਜੀਵਾਂ ਤੇਰਾ ਨਾਏ, ਜੋ ਆਪ ਜੀ ਦਾ ਨਾਮ ਹੈ ਨਾ, ਪਵਿੱਤਰ ਨਾਮ, ਜਦੋਂ ਇਸ ਨਾਮ ਨੂੰ ਜਪਦੇ ਹਾਂ ਉਸ ਵੇਲੇ ਜਿਉਣਾ ਹੁੰਦਾ। ਸਾਡੀ ਝੋਲੀ ਇਹ ਦਾਤ ਪਾ ਦੇ, ਅਸੀਂ ਹਰ ਵੇਲੇ ਤੇਰੇ ਇਸ ਨਾਮ ਨੂੰ ਜਪਦੇ ਰਹੀਏ। ਜੀਵਾਂ ਤੇਰਾ ਨਾਏ, ਤੇਰੇ ਨਾਮ ਨੂੰ ਜਪ ਕੇ ਜਿਉਂਦੇ ਹਾਂ। ਮਨ ਆਨੰਦ ਹੈ ਜੀਓ, ਤੇ ਨਾਮ ਨੂੰ ਹੀ ਜਪ ਕੇ ਮਨ ਦੇ ਵਿੱਚ ਆਨੰਦ ਬਣਿਆ ਰਹਿੰਦਾ, ਖੇੜਾ ਬਣਿਆ ਰਹਿੰਦਾ, ਖੁਸ਼ੀ ਬਣੀ ਰਹਿੰਦੀ ਹੈ। ਇਹ ਨਾਮ ਨੂੰ ਜਪਣ ਕਰਕੇ ਮਨ ਵਿੱਚ ਆਨੰਦ ਪੈਦਾ ਹੁੰਦਾ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਬਚਨ ਪੜ੍ਹਿਆ ਨਾ ਸਤਿਗੁਰਾਂ ਦਾ, ਆਨੰਦ ਦਾ ਵਿਖਿਆਨ ਤੇ ਸਾਰੇ ਹੀ ਕਰਦੇ। ਆਹ ਚੀਜ਼ ਖਾ ਕੇ ਆਨੰਦ ਆ ਗਿਆ, ਆਹ ਕੱਪੜਾ ਪਾ ਕੇ ਆਨੰਦ ਆ ਗਿਆ, ਇਸ ਥਾਂ ਦੀ ਮੈਂ ਯਾਤਰਾ ਕੀਤੀ ਆ, ਉੱਥੇ ਮੈਨੂੰ ਬੜਾ ਆਨੰਦ ਆਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਦੁਨੀਆ ਦੇ ਲੋਕ ਆਨੰਦ ਦਾ ਵਿਖਿਆਨ ਕਰਦੇ ਨੇ,
ਪਰ ਗੁਰਮੁਖੋ ਉਹ ਆਨੰਦ ਕੁਝ ਸਮੇਂ ਵਾਸਤੇ ਹੈ। ਮੰਨ ਲਓ ਅੱਜ ਅਸੀਂ ਨਵਾਂ ਕੱਪੜਾ ਲੈ ਕੇ ਆਏ ਹਾਂ, ਸਾਨੂੰ ਬੜਾ ਚਾਅ ਹੈ, ਅਸੀਂ ਵਿਖਾਉਂਦੇ ਵੀ ਹਾਂ ਔਰ ਜਦੋਂ ਪਾਉਂਦੇ ਵੀ ਹਾਂ ਬੜੀ ਖੁਸ਼ੀ ਹੁੰਦੀ ਹੈ ਮਨ ਨੂੰ। ਪਰ ਨਵੇਂ ਕੱਪੜੇ ਦਾ ਚਾਅ ਕੇਵਲ ਇੱਕ ਦਿਨ ਹੀ ਹੈ, ਦੂਜੇ ਦਿਨ ਉਹ ਪੁਰਾਣਾ ਹੋ ਜਾਣਾ। ਫਿਰ ਉਹ ਪੁਰਾਣਾ ਕੱਪੜਾ ਨਹੀਂ ਕਿਸੇ ਨੂੰ ਵਿਖਾਇਆ ਜਾਂਦਾ, ਨਾ ਹੀ ਬਾਅਦ ਵਿੱਚ ਉਹਦੇ ਪਾਉਣ ਦਾ ਕੋਈ ਆਨੰਦ ਆਉਂਦਾ। ਜਿੱਥੇ ਪਿਆ ਡਿੱਗਿਆ ਪਿਆ ਹੋਇਆ, ਪਹਿਲਾਂ ਉਸ ਨੂੰ ਸਾਂਭ ਕੇ ਰੱਖਿਆ ਪਰ ਹੁਣ ਉਹਦਾ ਕੋਈ ਸਾਂਭ ਸੰਭਾਲ ਨਹੀਂ, ਆਨੰਦ ਖਤਮ ਹੋ ਗਿਆ। ਆਇਆ ਜ਼ਰੂਰ ਹੈ ਇੱਕ ਵਾਰੀ ਪਰ ਨਾਲ ਹੀ ਨਸ਼ਟ ਹੋ ਗਿਆ। ਕੋਈ ਚੰਗਾ ਪਦਾਰਥ ਸਵਾਦ ਹੈ, ਉਸ ਨੂੰ ਖਾਧਾ ਬੜੀ ਰੀਝ ਦੇ ਨਾਲ, ਆਖਿਆ ਬੜਾ ਸਵਾਦ ਹੈ, ਬੜਾ ਆਨੰਦ ਆਇਆ। ਪਰ ਗੁਰਮੁਖੋ ਜਦੋਂ ਉਸ ਪਦਾਰਥ ਨੂੰ ਵਾਰ-ਵਾਰ ਖਾਵਾਂਗੇ ਨਾ, ਉਹ ਮਨ ਤੋਂ ਹੀ ਉਤਰ ਜਾਏਗਾ, ਮੁੜ ਕੇ ਵੇਖਣ ਨੂੰ ਜੀ ਨਹੀਂ ਕਰੇਗਾ। ਲੈ ਗਿਆ ਮਨ ਤੋਂ, ਉਹਦਾ ਸਵਾਦ ਖਤਮ ਹੋ ਗਿਆ, ਹੁਣ ਨਹੀਂ ਚੰਗਾ ਲੱਗਦਾ। ਅੱਜ ਕਿਸੇ ਦੇਸ਼ ਦੀ ਯਾਤਰਾ ਕਰਨ ਗਏ ਆ, ਉਹ ਦੇਸ਼ ਬੜਾ ਚੰਗਾ ਲੱਗਾ, ਉਹ ਪਹਾੜ ਬੜੇ ਚੰਗੇ ਲੱਗੇ, ਉਹ ਝਰਨੇ ਬੜੇ ਚੰਗੇ ਲੱਗੇ। ਪਰ ਪਹਿਲੀ ਵਾਰੀ ਚੰਗੇ ਲੱਗੇ ਨੇ, 2-4 ਵਾਰੀ ਲਗਾਤਾਰ ਜਾਏਗਾ, ਮੁੜ ਕੇ ਵੇਖਣ ਨੂੰ ਜੀ ਨਹੀਂ ਕਰੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਦੁਨੀਆ ਦੇ ਆਨੰਦ ਇੱਕ ਦਿਨ ਵਾਸਤੇ, 2 ਦਿਨ ਵਾਸਤੇ, ਥੋੜ੍ਹੇ ਸਮੇਂ ਵਾਸਤੇ ਨੇ, ਮੁੜ ਕੇ ਉਹ ਆਨੰਦ ਖਤਮ ਹੋ ਜਾਂਦੇ। ਪਰ ਪਰਮੇਸ਼ਰ ਦੇ ਨਾਮ ਦਾ ਆਨੰਦ ਜਿਹੜਾ ਅੱਜ ਆਇਆ ਹੈ, ਕੱਲ੍ਹ ਨੂੰ ਇਸ ਤੋਂ ਵੱਧ ਕੇ ਆਵੇਗਾ, ਪਰਸੋਂ ਉਸ ਤੋਂ ਵੀ ਵੱਧ ਕੇ ਆਵੇਗਾ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣੇ। ਦੁਨੀਆ ਦੇ ਲੋਕ ਨਵੇਂ ਕੱਪੜੇ ਪਾਉਣ ਦਾ ਆਨੰਦ, ਨਵੇਂ ਭੋਜਨ ਛਕਣ ਦਾ ਆਨੰਦ, ਨਵੀਆਂ ਥਾਵਾਂ ਘੁੰਮਣ ਦਾ ਆਨੰਦ ਮੰਨਦੇ ਨੇ, ਪਰ ਉਹ ਕੁਝ ਸਮੇਂ ਵਾਸਤੇ ਹੁੰਦਾ ਹੈ। ਪਰ ਪਰਮੇਸ਼ਰ ਦੇ ਨਾਮ ਦਾ ਆਨੰਦ ਸਦਾ ਹੀ ਬਣਿਆ ਰਹਿੰਦਾ। ਜਿਹੜੇ ਜਪਦੇ ਨੇ ਨਾ, ਉਹਨਾਂ ਦੇ ਸੀਸ 'ਤੇ ਭਾਵੇਂ ਗੁਰਮੁਖੋ ਆਰਾ ਫਿਰਦਾ ਪਿਆ ਤੇ ਭਾਵੇਂ ਬੰਦ ਕੱਟੇ ਜਾ ਰਿਹਾ, ਆਨੰਦ ਵਿੱਚ ਫਰਕ ਨਹੀਂ ਪੈਂਦਾ ਹੈ। ਸਤਿਗੁਰੂ ਫਰਮਾਉਂਦੇ, ਕਹਿਣ ਲੱਗੇ ਜੀਵਾਂ ਤੇਰਾ ਨਾਏ ਮਨ ਆਨੰਦ ਹੈ ਜੀਓ। ਮੇਰੇ ਮਨ ਵਿੱਚ ਆਨੰਦ ਇਹੋ ਜਿਹਾ ਬਣ ਗਿਆ, ਪੈਦਾ ਹੋ ਗਿਆ ਕਿ ਮੈਂ ਤੇਰੇ ਨਾਮ ਨੂੰ ਜਪ ਕੇ ਜਿਉਂਦਾ ਹਾਂ। ਸੱਚੋ ਸਾਚਾ ਨਾਉ ਗੁਣ ਗੋਵਿੰਦ ਹੈ ਜੀਓ। ਅਕਾਲ ਪੁਰਖ ਜੀ ਆਪ ਜੀ ਦਾ ਨਾਮ ਸੱਚਾ ਹੈ ਤੇ 3 ਕਾਲ ਰਹਿਣ ਵਾਲਾ ਹੈ। ਜਿਵੇਂ ਸਾਡਾ ਸਰੀਰ ਹੈ ਨਾ, 3 ਕਾਲਾਂ ਦੇ ਵਿੱਚ ਨਹੀਂ ਆਉਂਦਾ। ਜਨਮ ਤੋਂ ਪਹਿਲਾਂ ਨਹੀਂ ਸੀ, ਮਰਨ ਤੋਂ ਬਾਅਦ ਵਿੱਚ ਵੀ ਨਹੀਂ ਹੋਵੇਗਾ। ਪਰਮੇਸ਼ਰ ਦਾ ਨਾਮ ਸਾਡੇ ਜਨਮ ਤੋਂ ਪਹਿਲਾਂ ਵੀ ਸੀ, ਸਾਡੇ ਦੁਨੀਆ ਤੋਂ ਜਾਣ ਤੋਂ ਬਾਅਦ ਵਿੱਚ ਵੀ ਹੋਵੇਗਾ। ਪਰਮਾਤਮਾ ਦਾ ਨਾਮ ਸੱਚਾ ਹੈ, ਜਿਹੜਾ ਹਰ ਵੇਲੇ ਰਹਿੰਦਾ ਹੈ। ਸਤਿਗੁਰਾਂ ਦੇ ਗੁਰਬਾਣੀ ਦੇ ਬਚਨ ਹਨ, ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ ਦੇ ਬਚਨ ਪੜ੍ਹਦੇ ਹਨ। ਨਾਮ ਸਦਾ ਵਾਸਤੇ ਹੈ। ਜਿਹੜੇ ਸਤਿਯੁਗ ਦੇ ਵਿੱਚ ਲੋਕ ਸਨ, ਉਹਨਾਂ ਨੂੰ ਵੀ ਨਾਮ ਮਿਲਿਆ, ਉਹ ਵੀ ਜਪਦੇ ਰਹੇ। ਤ੍ਰੇਤੇ ਵਾਲੇ, ਦੁਆਪਰ ਵਾਲੇ, ਕਲਯੁਗ ਵਾਲੇ, ਜਿਹੜੇ ਅੱਗੇ ਆਉਣ ਵਾਲੇ ਯੁੱਗਾਂ ਵਿੱਚ ਹੋਣਗੇ, ਉਹ ਵੀ ਜਪਦੇ ਰਹਿਣਗੇ। ਨਾਮ ਰਹਿਓ, ਤੇਰਾ ਨਾਮ ਸਦਾ ਵਾਸਤੇ ਰਹਿਣ ਵਾਲਾ। ਤੇ ਸਾਧੂ ਰਹਿਓ, ਜਿਨ੍ਹਾਂ ਸਾਧੂਆਂ ਗੁਰਮੁਖਾਂ ਨੇ ਜਪਿਆ, ਉਹ ਵੀ ਸਦਾ ਵਾਸਤੇ ਰਹਿੰਦੇ, ਸਦਾ ਹੀ ਨਾਮ ਉਹਨਾਂ ਦਾ ਰਹਿੰਦਾ। ਸਤਿਯੁਗ ਦੇ ਵਿੱਚ ਕਿੰਨੇ ਲੋਕ ਪੈਦਾ ਹੋਏ ਹੋਣਗੇ, ਸਾਨੂੰ ਸਾਰਿਆਂ ਦੇ ਨਾਂ ਦਾ ਨਹੀਂ ਪਤਾ, ਪਰ ਸਾਨੂੰ ਇਹ ਪਤਾ ਵੀ ਸਤਿਯੁਗ ਦੇ ਵਿੱਚ ਭਗਤ ਪ੍ਰਹਿਲਾਦ ਹੋਇਆ ਹੈ। ਕਿੰਨੇ ਰਾਜੇ ਪੈਦਾ ਹੋਏ, ਕਿੰਨੇ ਮਹਾਰਾਜੇ ਪੈਦਾ ਹੋਏ, ਉਹਨਾਂ ਦੇ ਨਾਮ ਸਾਨੂੰ ਪਤਾ ਨਹੀਂ ਹੋਣਗੇ, ਪਰ ਭਗਤ ਇਹ ਹੋਇਆ, ਇਹਦੇ ਨਾਮ ਦਾ ਸਾਨੂੰ ਪਤਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਧੂ ਦਾ ਨਾਮ ਤੇ ਸਦਾ ਹੀ ਰਹਿੰਦਾ ਹੈ। ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ। ਉਹ ਅਕਾਲ ਪੁਰਖ ਵੀ ਸਦਾ ਰਹਿਣ ਵਾਲਾ ਹੈ, ਜਿਹੜਾ ਸਾਰਿਆਂ ਨੂੰ ਆਸਰਾ ਦਿੰਦਾ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ ਭਾਈ ਬਚਨ ਇਹ ਹੈ ਕਿ ਉਸ ਅਕਾਲ ਪੁਰਖ ਦਾ ਨਾਮ ਸੱਚਾ ਹੈ। ਤੇ ਸੱਚਾ ਨਾਮ ਉਹਨੂੰ ਕਿਹਾ ਜਾਂਦਾ ਜਿਹੜਾ 3 ਕਾਲਾਂ ਵਿੱਚ ਰਵੇ, ਭੂਤ ਭਵਿੱਖ ਤੇ ਵਰਤਮਾਨ ਸਮੇਂ ਵਿੱਚ ਰਹਿੰਦਾ ਹੋਵੇ। ਨਾਲ ਹੀ ਮਹਾਰਾਜ ਕਹਿਣ ਲੱਗੇ ਗੁਣ ਗੋਬਿੰਦ ਹੈ ਜੀਓ। ਆਪ ਜੀ ਦੇ ਗੁਣਾਂ ਦੀ ਜਿਹੜੀ ਵਿਚਾਰ ਕਰਨੀ ਹੈ ਨਾ, ਉਹ ਵੀ ਸਾਚੋ ਕਹੀਏ ਸੱਚੀ ਹੈ। ਆਪ ਜੀ ਦੇ ਸ਼ੁਭ ਗੁਣਾਂ ਦੀ ਵਿਚਾਰ ਵੀ ਸੱਚੀ ਹੈ। ਜਿਹੜੇ ਗੁਰਮੁਖ ਜਪਦੇ ਨੇ, ਜਿਹੜੇ ਗੁਰਮੁਖ ਸ਼ੁਭ ਗੁਣਾਂ ਦੀ ਵਿਚਾਰ ਕਰਦੇ ਨੇ, ਉਹ ਗੁਰਮੁਖ ਵੀ ਸੱਚੇ ਨੇ।
ਐਸੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ। ਗੁਰ ਗਿਆਨ ਅਪਾਰਾ ਸਿਰਜਣਹਾਰਾ, ਜਿਨ ਸਿਰਜੀ ਤਿਨ ਗੋਈ। ਸਤਿਗੁਰੂ ਬਖਸ਼ਿਸ਼ ਕਰਦੇ ਐ ਸਿਰਜਣਹਾਰ ਪ੍ਰਮਾਤਮਾ ਆਪ ਜੀ ਦਾ ਗਿਆਨ ਜਿਹੜਾ ਹੈ ਨਾ ਉਹ ਗੁਰੂ ਤੋਂ ਪ੍ਰਾਪਤ ਹੁੰਦਾ। ਗੁਰੂ ਤੋਂ ਬਿਨਾਂ ਪ੍ਰਮਾਤਮਾ ਦੇ ਗਿਆਨ ਨੂੰ ਕੋਈ ਪਾ ਨਹੀਂ ਸਕਦਾ। ਜੇ ਗੁਰੂ ਬਖਸ਼ਿਸ਼ ਕਰੇ ਗਿਆਨ ਤਾਂ ਮਿਲਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਿਰਜਣਹਾਰ ਪ੍ਰਮਾਤਮਾ ਆਪ ਜੀ ਅਪਾਰਾ ਪਾਰਾਵਾਰ ਤੋਂ ਰਹਿਤ ਹੋ, ਤੁਹਾਡਾ ਪਾਰਾਵਾਰ ਨਹੀਂ ਕਿਸੇ ਨੇ ਪਾਇਆ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ। ਜੇ ਆਪਾਂ ਅੰਤ ਪਾਉਣ ਵਾਸਤੇ ਤੁਰ ਵੀ ਪਵਾਂਗੇ ਨਾ, ਸਾਡੇ ਸਰੀਰ ਦਾ ਅੰਤ ਹੋ ਜਾਣਾ, ਸਾਡੀ ਉਮਰਾਂ ਦਾ ਅੰਤ ਹੋ ਜਾਣਾ, ਸਾਡੇ ਭੋਜਨ ਪ੍ਰਸ਼ਾਦਿਆਂ ਦਾ ਅੰਤ ਹੋ ਜਾਵੇਗਾ, ਪਰ ਪਰਮਾਤਮਾ ਦਾ ਅੰਤ ਨਹੀਂ ਹੋਵੇਗਾ। ਅੰਤ ਕੋ ਚਾਹਣ ਜੋ ਗਏ ਸੋ ਆਏ ਅਨੰਤ ਗਵਾਏ। ਜਿਹੜੇ ਦੁਨੀਆ ਤੇ ਤੁਰੇ ਨਾ ਬੰਦੇ ਲੰਮੀ ਉਮਰਾਂ ਲੈ ਕੇ ਵੀ ਮੈਂ ਰੱਬ ਦਾ ਅੰਤ ਪਾ ਕੇ ਆਉਣਾ, ਵੇਖ ਕੇ ਆਉਣਾ ਵੀ ਪ੍ਰਮਾਤਮਾ ਹੈ ਕਿੱਥੋਂ ਕੁ ਤੱਕ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਉਹਨਾਂ ਦੇ ਆਪਣੀਆਂ ਉਮਰਾਂ ਦੇ ਅੰਤ ਹੋ ਗਏ, ਉਹਨਾਂ ਦੇ ਆਪਣੇ ਬਲ ਦੇ ਅੰਤ ਹੋ ਗਏ, ਤਾਕਤ ਉਹਨਾਂ ਦੀ ਖਤਮ ਹੋ ਗਈ। ਪਰ ਪ੍ਰਮਾਤਮਾ ਬਹੁਤਾ ਕਹੀਐ ਬਹੁਤਾ ਹੋਵੇ। ਜਿੰਨਾ ਵੀ ਉਹਨੂੰ ਵੱਡਾ ਕਹਿੰਦੇ ਆ, ਬਹੁਤਾ ਕਹਿੰਦੇ, ਉਹ ਅੱਗੇ ਤੋਂ ਅੱਗੇ ਬਹੁਤੇ ਤੋਂ ਬਹੁਤਾ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ ਇਹ ਜਿਹੜਾ ਪਾਰਾਵਾਰ ਤੋਂ ਰਹਿਤ ਸਿਰਜਣਹਾਰ ਪ੍ਰਮਾਤਮਾ ਹੈ, ਉਹਦਾ ਗਿਆਨ ਜਿਹੜਾ ਨਾ ਗੁਰੂ ਤੋਂ ਪ੍ਰਾਪਤ ਹੁੰਦਾ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਜਿੰਨਾ ਚਿਰ ਗੁਰੂ ਨਹੀਂ ਨਾ ਧਾਰਨ ਕਰਦੇ ਉਹਨਾਂ ਚਿਰ ਘੁੱਪ ਹਨੇਰਾ ਹੀ ਬਣਿਆ ਹੋਇਆ, ਉਹਨਾਂ ਚਿਰ ਸਮਝ ਨਹੀਂ ਪਵੇਗੀ ਮਨੁੱਖਾ ਜਨਮ ਜਿਉਣ ਦੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਖਸ਼ਿਸ਼ ਹੋਈ ਹੈ ਕਿ ਉਹਦਾ ਗਿਆਨ ਜਿਹੜਾ ਹੈ ਨਾ ਉਹ ਸਿਰਜਣਹਾਰ ਪ੍ਰਮਾਤਮਾ ਦਾ ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਜਿਨ ਸਿਰਜੇ ਤਿਨ ਗੋਈ। ਜਿਸ ਪ੍ਰਮਾਤਮਾ ਨੇ ਇਹ ਸ੍ਰਿਸ਼ਟੀ ਸਿਰਜੀ ਕਹੀਏ ਬਣਾਈ ਹੈ, ਜਿਹਨੇ ਸ੍ਰਿਸ਼ਟੀ ਨੂੰ ਸਾਜਿਆ ਹੈ ਨਾ, ਧਰਤੀਆਂ ਬਣਾਈਆਂ, ਆਕਾਸ਼ ਬਣਾਏ, ਪਤਾਲ ਬਣਾਏ, ਸਮੁੰਦਰ ਬਣਾਏ, ਜੀਵ ਜੰਤੂ ਬਣਾਏ, ਜਿਹਨੇ ਸਾਰੇ ਬਣਾਏ ਨੇ, ਪੈਦਾ ਕੀਤੇ ਨੇ। ਤਿੰਨ ਗੋਈ, ਗੋਈ ਤੋਂ ਭਾਵ ਹੁੰਦਾ ਛੁਪਾ ਲੈਣਾ, ਲੈਤਾ ਕਰ ਦੇਣੀ, ਖਤਮ ਕਰ ਦੇਣਾ, ਮੁਕਾ ਦੇਣਾ। ਜਿਹਨੇ ਬਣਾਈ ਹੈ ਖਤਮ ਵੀ ਉਹਨੇ ਹੀ ਕਰਨੀ ਹੈ। ਜਾਵਿਆ ਕਰਖ ਕਰਤਹੁ ਕਬਹੂ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਮਹਾਰਾਜ ਦਸਵੇਂ ਪਾਤਸ਼ਾਹ ਦਾ ਬਚਨ ਕਹਿਣ ਲੱਗੇ ਪ੍ਰਮਾਤਮਾ ਜਦੋਂ ਤੁਸੀਂ ਬਖਸ਼ਿਸ਼ ਕਰਦੇ ਹੋ ਦੁਨੀਆ ਬਣ ਜਾਂਦੀ ਹੈ, ਬਹੁਤਾ ਪਸਾਰਾ ਬਣਾ ਲੈਂਦੇ ਹੋ। ਜਦੋਂ ਤੁਹਾਡੀ ਮੌਜ ਹੁੰਦੀ ਹੈ ਉਦੋਂ ਸਾਰਿਆਂ ਨੂੰ ਖਿੱਚ ਲੈਂਦੇ ਹੋ, ਖਿੱਚ ਕੇ ਆਪਣੇ ਵਿੱਚ ਸਾਰਿਆਂ ਨੂੰ ਲੈ ਕਰ ਲੈਂਦੇ ਹੋ, ਕੁਝ ਨਹੀਂ ਰਹਿ ਜਾਂਦਾ, ਸਭ ਕੁਝ ਸਮਾਪਤ ਹੋ ਜਾਂਦਾ। ਜਿਵੇਂ ਸਾਡੇ ਕੋਲ ਚਮਕ ਪੱਥਰ ਹੈ ਨਾ, ਉਹ ਲੋਹੇ ਦੇ ਕੋਲ ਲੈ ਕੇ ਜਾਈਏ, ਲੋਹੇ ਨੂੰ ਖਿੱਚ ਲੈਂਦਾ ਆਪਣੇ ਵੱਲ। ਇਸੇ ਤਰ੍ਹਾਂ ਪ੍ਰਮਾਤਮਾ ਜਦੋਂ ਸ੍ਰਿਸ਼ਟੀ ਬਣਾਉਂਦੇ ਹੋ ਪਸਾਰਾ ਬਣਾ ਦਿੰਦੇ ਹੋ, ਜਦੋਂ ਇਕੱਠੀ ਕਰਦੇ ਹੋ ਸਾਰਿਆਂ ਨੂੰ ਸਮੇਟ ਕੇ ਆਪਣੇ ਵਿੱਚ ਲੈ ਆਉਂਦੇ ਹੋ, ਫਿਰ ਕੁਝ ਨਹੀਂ ਰਹਿ ਜਾਂਦਾ ਹੈ। ਜਿਨ ਸਿਰਜੀ ਤਿੰਨ ਗੋਈ, ਜਿਹਨੇ ਬਣਾਈ ਹੈ ਸਮਾਪਤ ਵੀ ਉਹਨੇ ਹੀ ਕਰਨੀ ਹੈ। ਬਣਾਉਣ ਵਾਲਾ ਵੀ ਆਪ ਹੈ, ਢਾਉਣ ਵਾਲਾ ਵੀ ਆਪ ਹੈ। ਆਪ ਜੀ ਦਾ ਐਸਾ ਸਰੂਪ ਹੈ, ਆਪ ਜੀ ਬਣਾਉਣ ਵਾਲੇ ਔਰ ਸਮਾਪਤ ਕਰਨ ਵਾਲੇ ਹੋ। ਪਰਵਾਣਾ ਆਇਆ ਹੁਕਮ ਪਠਾਇਆ, ਫੇਰ ਨਾ ਸਕਾ ਕੋਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹੁਕਮੀ ਪਰਮਾਤਮਾ ਆਪ ਜੀ ਦਾ ਪਠਾਇਆ ਕਹੀਏ ਭੇਜਿਆ ਹੋਇਆ। ਜਦੋਂ ਭੇਜਿਆ ਹੋਇਆ ਹੁਕਮ ਆਉਂਦਾ ਨਾ ਜਮਾਂ ਦੇ ਹੱਥ, ਪਰਮਾਤਮਾ ਭੇਜਦਾ ਵੀ ਜਾਓ ਫਲਾਣੇ ਬੰਦੇ ਨੂੰ ਲੈ ਕੇ ਆਓ, ਉਹਦੀ ਉਮਰਾਂ ਪੂਰੀ ਹੋ ਗਈ ਹੈ। ਜਦੋਂ ਤੁਹਾਡਾ ਇਹ ਪਠਾਇਆ ਭੇਜਿਆ ਹੋਇਆ ਪਰਮਾਣਾ ਕਹੀਏ ਚਿੱਠਾ ਆਉਂਦਾ ਨਾ, ਜਾਂ ਆਪਾਂ ਕਹਿ ਲਈਏ ਜਿਵੇਂ ਵਾਰੰਟ ਆਉਂਦੇ ਨੇ, ਜਦੋਂ ਤੁਹਾਡੀ ਚਿੱਠੀ ਆਉਂਦੀ ਹੈ ਜਮਾਂ ਦੇ ਹੱਥ ਤੇ ਜਮ ਆਉਂਦੇ ਨੇ ਜੀਵ ਨੂੰ ਲੈਣ ਵਾਸਤੇ, ਤੇ ਪਾਤਸ਼ਾਹ ਕਹਿਣ ਲੱਗੇ ਫੇਰ ਨਾ ਸਕੈ ਕੋਈ, ਉਹਨੂੰ ਫਿਰ ਮੋੜ ਨਹੀਂ ਸਕਦਾ ਕੋਈ। ਇਹ ਨਹੀਂ ਕਹਿ ਸਕਦਾ ਜਮਾਂ ਨੂੰ ਵੀ ਮੈਂ ਨਹੀਂ ਜਾਣਾ। ਕਦੇ ਸੁਣਿਆ ਵੀ ਕਿਸੇ ਨੂੰ ਜਾਮਾ ਆਏ ਹੋਣ ਲੈਣ ਵਾਸਤੇ ਤੋਂ ਆਖੇ ਵੀ ਮੈਂ ਨਹੀਂ ਜਾਣਾ ਤੇ ਉਹ ਬਚ ਗਿਆ ਹੋਵੇ? ਨਹੀਂ, ਜਦੋਂ ਪਰਵਾਨਾ ਆ ਗਿਆ ਦੁਨੀਆ ਦੇ ਲੋਕ ਤਾਕਤਾਂ ਲਾ ਲਾ ਕੇ ਥੱਕ ਗਏ, ਪਰ ਉਸ ਪਰਵਾਨੇ ਨੂੰ ਮੋੜ ਨਹੀਂ ਸਕੇ, ਚਿੱਠੀ ਨੂੰ ਹੁਕਮ ਨੂੰ ਮੋੜ ਨਹੀਂ ਸਕੇ।
ਸਤਿਗੁਰੂ ਕਹਿਣ ਲੱਗੇ ਮਲ ਕਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚੌਂ ਜਣਿਆਂ ਚੌਂ ਜਾਣਿਆਂ ਦੇ ਕੰਨ। ਕੰਨ ਨਾਮ ਗੁਰਮੁਖੋ ਮੋਢੇ ਦਾ। ਜਿਹੜਾ ਕੱਲ੍ਹ ਭੱਜਾ ਫਿਰਦਾ ਸੀ ਨਾ ਕੰਮਕਾਰ ਕਰਦਾ, ਅੱਜ ਸ਼ਮਸ਼ਾਨ ਨੂੰ ਜਾਣਾ ਤੇ ਮੋਢੇ ਤੇ ਚੜ ਕੇ ਜਾਂਦਾ ਪਿਆ, ਮੰਜਾ ਮੋਢਿਆਂ ਤੇ ਚੁੱਕਣਾ ਪਿਆ। ਜੀਵ ਨੇ ਦਰਵਾਜ਼ੇ ਤੇ ਬੜੇ ਬੰਦ ਕੀਤੇ, ਚੰਗੀਆਂ ਖੁਰਾਕਾਂ ਖਾਣੀਆਂ, ਚੰਗੀਆਂ ਕਸਰਤਾਂ ਕਰਨੀਆਂ, ਚੰਗੇ ਚੰਗੇ ਡਾਕਟਰ ਵੈਦ ਹਕੀਮ ਨੁਸਖੇ ਖਾਣੇ। ਪੁੱਛ ਪੁੱਛ ਕੇ ਵੈਦਾਂ ਨੂੰ ਕਰਦਾ ਹੈ ਕਿਹੜੀ ਚੀਜ਼ ਖਾਵਾਂ, ਕਿਹੜੀ ਚੀਜ਼ ਦਾ ਪਰਹੇਜ਼ ਕਰਾਂ। ਇਹ ਦਰਵਾਜ਼ੇ ਸਾਰੇ ਬੰਦ ਕੀਤੇ ਵੀ ਕਿਸੇ ਬੰਨਿਓ ਕੋਈ ਘਾਟ ਨਾ ਰਵੇ। ਮਹਾਰਾਜ ਕਹਿਣ ਲੱਗੇ ਵੈਦ ਹਕੀਮਾਂ ਦੇ ਨੁਸਖੇ ਲੈ ਕੇ ਉਹਨਾਂ ਨੂੰ ਖਾਂਦਾ ਹੈ, ਖੁਰਾਕ ਚੰਗੀ ਖਾਂਦਾ ਹੈ, ਕਸਰਤ ਕਰਦਾ ਹੈ, ਹਰੇਕ ਪਾਸਿਓਂ ਆਪਣੇ ਆਪ ਨੂੰ ਫਿੱਟ ਰੱਖਦਾ ਪਿਆ। ਕਾਹਦੇ ਵਾਸਤੇ ਕਿ ਮੈਨੂੰ ਜਮ ਨਾ ਕਿਤੇ ਲੈ ਜਾਣ, ਮੈਂ ਲੜ ਸਕਾਂ। ਪਰ ਮਹਾਰਾਜ ਕਹਿਣ ਲੱਗੇ ਉਹ ਭਾਈ ਪਿਆਰਿਆ, ਜਦੋਂ ਆਉਂਦੀ ਹੈ ਨਾ ਮੌਤ ਚੜ੍ਹ ਕੇ, ਤੇ ਫਿਰ ਤਾਕਤਾਂ, ਫਿਰ ਬਲ, ਫਿਰ ਸਿਆਣਪਾਂ ਸਾਰੀਆਂ ਧਰੀਆਂ ਧਰਾਈਆਂ ਰਹਿ ਜਾਂਦੀਆਂ, ਕੁਝ ਵੀ ਪੱਲੇ ਨਹੀਂ ਪੈਂਦਾ। ਉਹਦੇ ਹੁਕਮ ਨੂੰ ਮੇਟ ਕੋਈ ਨਹੀਂ ਸਕਦਾ, ਮੋੜ ਕੋਈ ਨਹੀਂ ਸਕਦਾ। ਜਿਹਨੂੰ ਹੁਕਮ ਆ ਗਿਆ ਉਹਨੂੰ ਜਾਣਾ ਪਵੇਗਾ। ਮਲਕਲ ਮੌਤ ਜਾਂ ਆਵਸੀ, ਧਰਮ ਰਾਜੇ ਦੀ ਭੇਜੀ ਹੋਈ ਮੌਤ ਜਦੋਂ ਆਵੇਗੀ ਸਭ ਦਰਵਾਜ਼ੇ ਭੰਨ, ਜਿੰਨੇ ਮਰਜ਼ੀ ਦਰਵਾਜ਼ੇ ਅੱਗੇ ਬੰਦ ਕਰ ਲਵੀਂ, ਕੋਈ ਵੀ ਦਰਵਾਜ਼ਾ ਤੈਨੂੰ ਬਚਾ ਨਹੀਂ ਸਕੇਗਾ। ਐਸਾ ਉਹਦਾ ਫਰਮਾਨ ਹੈ। ਸਤਿਗੁਰੂ ਕਹਿਣ ਲੱਗੇ ਪਰਵਾਨਾ ਆਇਆ ਹੁਕਮ ਪਠਾਇਆ। ਹੁਕਮੀ ਪਰਮਾਤਮਾ ਨੇ ਪਠਾਇਆ, ਜਦੋਂ ਭੇਜਿਆ ਨਾ ਪਰਵਾਨਾ ਤੈਨੂੰ ਹੁਕਮ, ਚਿੱਠੀ ਭੇਜੀ ਤੇ ਉਸ ਵੇਲੇ ਫੇਰ ਨਾ ਸਕੈ ਕੋਈ, ਤੈਨੂੰ ਕੋਈ ਬਚਾ ਨਹੀਂ ਸਕੇਗਾ, ਤੈਨੂੰ ਕੋਈ ਮੋੜ ਨਹੀਂ ਸਕੇਗਾ। ਗੁਰਮੁਖੋ ਦੁਨੀਆ ਵਿੱਚ ਬੜੇ ਬੜੇ ਐਸੇ ਵਿਅਕਤੀ ਹੋਏ ਜਿਨ੍ਹਾਂ ਨੇ ਮੌਤ ਤੋਂ ਬਚਣ ਦਾ ਬੜਾ ਯਤਨ ਕੀਤਾ। ਰਾਵਣ ਵਰਗੇ ਹੋਏ, ਹਰਨਾਕਸ਼ ਵਰਗੇ ਹੋਏ, ਅਫਲਾਤੂ ਵਰਗੇ ਹੋਏ, ਪਰ ਜਿੰਨਿਆਂ ਦਾ ਵੀ ਤੁਸੀਂ ਨਾਮ ਲਓਗੇ ਨਾ ਦੁਨੀਆ ਵਿੱਚ ਇਸ ਵੇਲੇ ਕੋਈ ਨਹੀਂ ਹੈ, ਸਾਰੇ ਹੀ ਦੁਨੀਆ ਤੋਂ ਚਲੇ ਗਏ। ਭਾਵ ਇਹ ਹੈ ਵੀ ਉਸ ਮੌਤ ਤੋਂ ਬਚਾ ਕੋਈ ਨਹੀਂ ਸਕਦਾ ਹੈ। ਇਸ ਕਰਕੇ ਮਹਾਰਾਜ ਕਹਿਣ ਲੱਗੇ ਭਾਈ ਨਾਮ ਜਪ ਲਾ, ਜਿੰਨਾ ਜਪਿਆ ਜਾਂਦਾ ਹੈ। ਨਾਮ ਨੇ ਤੈਨੂੰ ਬਚਾਉਣਾ ਹੈ, ਨਾਮ ਤੋਂ ਬਿਨਾਂ ਬਚਾ ਕੋਈ ਨਹੀਂ ਹੋ ਸਕਦਾ। ਐਸੀ ਦਾਤ ਪ੍ਰਾਪਤ ਹੁੰਦੀ ਹੈ। ਆਪੇ ਕਰ ਵੇਖੈ ਸਿਰ ਸਿਰ ਲੇਖੈ, ਆਪੇ ਸੁਰਤ ਬੁਝਾਈ। ਉਹ ਪਰਮਾਤਮਾ ਆਪੇ ਕਰ, ਪੈਦਾ ਵੀ ਆਪੇ ਕਰਦਾ, ਜਨਮ ਵੀ ਸਾਨੂੰ ਉਹਨੇ ਹੀ ਦਿੱਤਾ। ਜਨਮ ਦੇਣ ਤੋਂ ਮਗਰੋਂ ਫਿਰ ਵੇਖੈ, ਫਿਰ ਸਾਰਿਆਂ ਨੂੰ ਵੇਖਦਾ ਪਿਆ ਵੀ ਇਹਨੂੰ ਰੋਜੀ ਰੋਟੀ ਮਿਲਦੀ ਪਈ ਹੈ। ਸਾਰਿਆਂ ਦਾ ਉਹ ਧਿਆਨ ਵੀ ਰੱਖਦਾ। ਸਾਨੂੰ ਕਈ ਗੱਲਾਂ ਦਾ ਚੇਤਾ ਭੁੱਲ ਜਾਂਦਾ, ਅਸੀਂ ਕਹਿ ਦਿੰਦੇ ਫਲਾਨੀ ਗੱਲ ਮੇਰੇ ਚੇਤਾ ਭੁੱਲ ਗਈ ਹੈ, ਮੇਰੀ ਯਾਦ ਵਿੱਚੋਂ ਵਿਸਰ ਗਈ ਹੈ, ਮੈਨੂੰ ਧਿਆਨ ਨਹੀਂ ਰਿਹਾ। ਪਰ ਪਰਮਾਤਮਾ ਇਹੋ ਜਿਹਾ ਜਿਹਨੂੰ ਕਦੇ ਚੇਤਾ ਨਹੀਂ ਭੁੱਲਦਾ, ਕਦੇ ਨਹੀਂ ਵਿਸਰਦਾ, ਉਹਨੂੰ ਚੇਤੇ ਰਹਿੰਦਾ ਹਰ ਵੇਲੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਆਪੇ ਕਰ, ਤੁਸੀਂ ਪੈਦਾ ਕਰਨ ਵਾਲੇ ਵੀ ਆਪ ਹੋ। ਵੇਖੈ, ਪੈਦਾ ਕਰਕੇ ਫਿਰ ਸਾਰਿਆਂ ਨੂੰ ਵੇਖਦੇ ਪਏ। ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ, ਸਾਰਿਆਂ ਦੇ ਸਿਰ ਬਸਿਰ ਉਸਨੇ ਰਿਜਕ ਬਖਸ਼ਿਸ਼ ਕੀਤਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਿਰ ਸਿਰ ਲਿਖੈ, ਫਿਰ ਸਾਰਿਆਂ ਦੇ ਸਿਰ ਕਹੀਏ ਮੱਥੇ ਦੇ ਉੱਪਰ ਲੇਖ ਵੀ ਲਿਖੇ ਨੇ ਕਿ ਤੈਨੂੰ ਇਸ ਉਮਰਾਂ ਵਿੱਚ ਇਹ ਮਿਲੇਗਾ, ਇਸ ਉਮਰਾਂ ਵਿੱਚ ਇਹ ਮਿਲੇਗਾ। ਸਮਾਂ ਬੱਧਾ ਹੋਇਆ, ਉਸ ਸਮੇਂ ਮੁਤਾਬਕ ਹੀ ਆ ਕੇ ਵਸਤੂ ਮਿਲਦੀ ਹੈ। ਪਾਤਸ਼ਾਹ ਕਹਿਣ ਲੱਗੇ ਉਹਨਾਂ ਲੇਖਾਂ ਨੂੰ ਮੇਟ ਕੋਈ ਨਹੀਂ ਸਕਦਾ। ਪਾਂਧਾ ਆਉਂਦਾ ਨਾ ਜੋਤਸ਼ੀ ਚੱਲ ਕੇ ਸਾਡੇ ਦਰਵਾਜ਼ੇ 'ਤੇ, ਤੇ ਉਹ ਸਾਡੇ ਹੱਥ ਨੂੰ ਵੇਖਦਾ ਆਖਦਾ ਤੈਨੂੰ ਫਲਾਣੀ ਚੀਜ਼ ਪ੍ਰਾਪਤ ਹੋਵੇਗੀ। ਇਹ ਨਹੀਂ ਵੀ ਸਾਨੂੰ ਚੀਜ਼ ਉਹ ਦੇ ਕੇ ਚੱਲਿਆ, ਉਹ ਤੇ ਕੇਵਲ ਲੇਖ ਨੂੰ ਵੇਖ ਕੇ ਦੱਸਿਆ, ਪਰ ਲਿਖਿਆ ਪਰਮਾਤਮਾ ਨੇ, ਉਹਦੇ ਦੱਸਣ ਤੋਂ ਬਿਨਾਂ ਵੀ ਉਹ ਮਿਲ ਜਾਣਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਲੇਖ ਲਿਖਦਾ, ਲੇਖਾਂ ਮੁਤਾਬਕ ਸਭ ਕੁਝ ਮਿਲੀ ਜਾ ਰਿਹਾ ਹੈ। ਤੇ ਮਹਾਰਾਜ ਕਹਿਣ ਲੱਗੇ ਆਪੇ ਸੁਰਤ ਬੁਝਾਈ, ਉਹ ਪਰਮਾਤਮਾ ਆਪ ਹੀ ਸੁਰਤ ਕਹੀਏ ਗਿਆਤ, ਗਿਆਤ ਨੂੰ ਬੁਝਾਈ ਕਹੀਏ ਸਮਝ ਵੀ ਆਪ ਦਿੰਦਾ ਹੈ, ਗਿਆਨ ਵੀ ਉਹ ਆਪ ਦਿੰਦਾ ਹੈ। ਪੈਦਾ ਕਰਨ ਵਾਲਾ ਆਪ ਹੈ, ਵੇਖਣ ਵਾਲਾ ਆਪ ਹੈ। ਇਸੇ ਤਰ੍ਹਾਂ ਸਾਰਿਆਂ ਦੇ ਲੇਖ ਲਿਖਣ ਵਾਲਾ ਵੀ ਆਪ ਹੈ, ਔਰ ਸਾਰਿਆਂ ਨੂੰ ਸੁਰਤ ਕਹੀਏ ਗਿਆਨ ਦੇਣ ਵਾਲਾ ਵੀ ਆਪ ਹੈ। ਸੋਝੀ ਵੀ ਉਹ ਆਪ ਦਿੰਦਾ ਹੈ। ਨਾਨਕ ਸਾਹਿਬ ਅਗਮ ਗੋਚਰ, ਸਤਿਗੁਰੂ ਬਖਸ਼ਿਸ਼ ਕਰਦੇ ਐ ਸਾਹਿਬ ਤੁਸੀਂ ਅਗਮ ਹੋ। ਅਗਮ ਤੋਂ ਭਾਵ ਹੁੰਦਾ ਜਿੱਥੇ ਮਨ ਦੀ ਗਮਤਾ ਨਾ ਹੋਵੇ, ਜਿੱਥੇ ਮਨ ਦੀ ਪਹੁੰਚ ਨਾ ਹੋਵੇ।
ਅਸੀਂ ਇੱਥੇ ਬੈਠੇ ਆ, ਸਾਡਾ ਕੋਈ ਰਿਸ਼ਤੇਦਾਰ ਵਿਦੇਸ਼ ਵਿੱਚ ਬੈਠਾ ਹੋਵੇ ਤੇ ਸਾਡਾ ਇਹ ਮਨ ਇੱਕ ਸਕਿੰਟ ਤੋਂ ਵੀ ਪਹਿਲਾਂ ਉੱਥੇ ਪਹੁੰਚ ਜਾਏਗਾ, ਸਾਨੂੰ ਉਹਨਾਂ ਦੇ ਖਿਆਲ ਆਉਣ ਲੱਗ ਪੈਣਗੇ। ਤੇ ਜੇ ਅਸੀਂ ਉੱਥੇ ਜਾ ਕੇ ਆਏ ਆ, ਉਹਦਾ ਘਰ-ਬਾਰ ਵੇਖ ਕੇ ਆਏ ਆ, ਤੇ ਫਿਰ ਸਾਡਾ ਮਨ ਇੱਥੋਂ ਬੈਠਿਆਂ ਹੀ ਉਹਦੇ ਘਰ ਦੇ ਵਿੱਚ ਘੁੰਮਦਾ ਪਿਆ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਨ ਦੀ ਰਫ਼ਤਾਰ ਬੜੀ ਤੇਜ਼ ਹੈ, ਇੱਕ ਛਿਣ ਦੇ ਵਿੱਚ ਦੇਸ਼ ਤੋਂ ਵਿਦੇਸ਼ ਚਲੇ ਜਾਂਦਾ ਹੈ, ਪਰ ਇੰਨਾ ਤੇਜ਼ ਦੌੜਨ ਵਾਲਾ ਮਨ ਪਰਮਾਤਮਾ ਦੇ ਦਰ 'ਤੇ ਨਹੀਂ ਪਹੁੰਚ ਸਕਿਆ, ਕਿਉਂਕਿ ਉਹ ਪਰਮਾਤਮਾ ਅਗਮ ਹੈ, ਮਨ ਦੀ ਗਮਤਾ ਵੀ ਉੱਥੇ ਨਹੀਂ ਹੈ। ਐਸਾ ਤੇਜ਼ ਦੌੜਨ ਵਾਲਾ ਮਨ ਵੀ ਉੱਥੋਂ ਤੱਕ ਨਹੀਂ ਪਹੁੰਚ ਰੱਖਦਾ ਹੈ। ਤੇ ਅਗੋਚਰ ਤੋਂ ਭਾਵ ਹੁੰਦਾ ਜਿਹੜੀਆਂ ਸਾਡੀਆਂ ਇੰਦਰੀਆਂ ਨੇ, ਸਰੀਰ ਦੇ ਜਿਹੜੇ ਅੰਗ ਨੇ, ਇਹਨਾਂ ਤੋਂ ਪਰਮਾਤਮਾ ਪਰੇ ਹੈ, ਇਹਨਾਂ ਨਾਲ ਫੜਿਆ ਨਹੀਂ ਜਾ ਸਕਦਾ ਹੈ, ਉਹ ਪਕੜਨ ਤੋਂ ਰਹਿਤ ਹੈ, ਐਸਾ ਉਹਦਾ ਸਰੂਪ ਹੈ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਹਨ, ਜੀਵਾ ਸੱਚੀ ਨਾਈ। ਨਾਈ ਤੋਂ ਭਾਵ ਹੁੰਦਾ ਗੁਰਮੁਖੋ ਵਡਿਆਈ। ਐ ਪਰਮਾਤਮਾ ਤੇਰੀ ਵਡਿਆਈ ਬੜੀ ਵੱਡੀ ਹੈ, ਪਰ ਜਦੋਂ ਮੈਂ ਉਸ ਵਡਿਆਈ ਨੂੰ ਕਰਦਾ ਮੇਰਾ ਜਿਉਣਾ ਹੁੰਦਾ ਹੈ। ਆਖਾਂ ਜੀਵਾਂ ਵਿਸਰੈ, ਜਦੋਂ ਮੈਂ ਤੇਰੇ ਨਾਮ ਨੂੰ ਕਹਿੰਦਾ ਹਾਂ ਮੈਨੂੰ ਜੀਵਨ ਮਿਲਦਾ ਹੈ, ਉਹਦੇ ਵਿੱਚੋਂ ਦਾਤਾਂ ਮਿਲਦੀਆਂ। ਜਦੋਂ ਤੂੰ ਵਿਸਰ ਜਾਂਦਾ ਹੈ ਉਦੋਂ ਮੇਰਾ ਮਰਨਾ ਹੋ ਜਾਂਦਾ, ਐਸੀ ਮੇਰੀ ਹਾਲਤ ਬਣ ਜਾਂਦੀ ਹੈ। ਪਰ ਗੁਰਮੁਖੋ ਇਹ ਹਾਲਤ ਗੁਰਮੁਖਾਂ ਦੀ ਹੈ, ਸਾਨੂੰ ਨਹੀਂ ਕੋਈ ਬਹੁਤਾ ਫਰਕ ਪੈਂਦਾ। ਨਿਤਨੇਮ ਕੀਤਾ ਨਹੀਂ ਕੀਤਾ ਨਾ ਕੀਤਾ, ਮੱਥਾ ਟੇਕਿਆ ਠੀਕ ਹੈ, ਨਹੀਂ ਵੀ ਟੇਕਿਆ ਤਾਂ ਵੀ ਠੀਕ ਹੈ, ਘਰ ਬੈਠ ਕੇ ਕੋਈ ਪਾਠ ਕਰ ਲਿਆ ਠੀਕ ਹੈ, ਨਹੀਂ ਕੀਤਾ ਤੇ ਤਾਂ ਵੀ ਠੀਕ ਹੈ। ਇਹ ਸਾਡੀ ਹਾਲਤ ਹੈ ਮਨਮੁਖਾਂ ਦੀ। ਪਰ ਗੁਰਮੁਖ ਕਹਿੰਦੇ ਪ੍ਰਮਾਤਮਾ ਤੇਰਾ ਨਾਮ ਨਹੀਂ ਵਿਸਰਨਾ ਚਾਹੀਦਾ, ਤੇਰਾ ਨਾਮ ਵਿਸਰਦਾ ਹੈ ਤੇ ਸਾਡਾ ਮਰਨਾ ਹੋ ਜਾਂਦਾ ਹੈ। ਅਸੀਂ ਤੇਰੇ ਸੱਚੀ ਨਾਮ ਦੀ ਵਡਿਆਈ ਨੂੰ ਕਹਿ ਕੇ ਜਿਉਂਦੇ ਹਾਂ। ਤੁਮ ਸਾਰਿਆ ਵਰਨਾ ਕੋਏ ਆਇਆ ਜਾਏ ਸੀ ਜੀਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪ੍ਰਮਾਤਮਾ ਤੇਰੇ ਵਰਗਾ ਕੋਈ ਦੂਜਾ ਹੈ ਹੀ ਨਹੀਂ। ਅਸੀਂ ਇਹ ਗੱਲ ਕਹਿ ਦਿੰਦੇ ਫਲਾਣੇ ਬੰਦੇ ਦੀ ਤਾਕਤ ਫਲਾਣੇ ਬੰਦੇ ਜਿੰਨੀ ਹੈ, ਜਾਂ ਫਲਾਣੇ ਦੇ ਗੁਣ ਫਲਾਣੇ ਵਰਗੇ ਨੇ, ਇੱਕ ਵਰਗਾ ਦੂਜਾ ਅਸੀਂ ਤੋਲ ਲੈਂਦੇ ਹਾਂ ਤਕੜੀ 'ਚ ਪਾ ਕੇ। ਪਰ ਕੋਈ ਬੰਦਾ ਇਹ ਨਹੀਂ ਕਹਿ ਸਕੇਗਾ ਵੀ ਰੱਬ ਵਰਗਾ ਵੀ ਦੂਜਾ ਰੱਬ ਹੈ, ਖੁਦਾ ਵਰਗਾ ਵੀ ਦੂਜਾ ਖੁਦਾ ਹੈ। ਨਹੀਂ, ਤੁਮ ਸਰ ਅਵਰ ਨਾ ਕੋਏ, ਤੇਰੇ ਸੁਦਰਸ਼ ਤੇਰੇ ਬਰਾਬਰ ਕਿਸੇ ਤਰ੍ਹਾਂ ਦਾ ਵੀ ਕੋਈ ਹੈ ਹੀ ਨਹੀਂ ਹੈ। ਦੁਨੀਆ 'ਤੇ ਬੜੇ ਬੜੇ ਗੁਰਮੁਖੋ ਅਵਤਾਰ ਹੋਏ ਨੇ, ਦੈਂਤ ਹੋਏ ਨੇ, ਦੇਵਤੇ ਹੋਏ ਨੇ, ਪਰ ਜਦੋਂ ਆਪਾਂ ਵਿਚਾਰਾਂਗੇ ਨਾ ਵੀ ਇਹ ਪਰਮਾਤਮਾ ਵਰਗੇ ਨੇ ਤੇ ਸਮਝ ਪੈ ਜਾਵੇਗੀ ਨਹੀਂ, ਪਰਮਾਤਮਾ ਵਰਗਾ ਕੋਈ ਵੀ ਨਹੀਂ ਹੈ। ਉਹ ਖੁਦ ਹੀ ਪਰਮਾਤਮਾ ਹੈ, ਉਹਦੇ ਵਰਗਾ ਕੋਈ ਨਹੀਂ। ਐ ਪਰਮਾਤਮਾ ਤੇਰੇ ਵਰਗਾ ਕੋਈ ਨਹੀਂ ਹੈ। ਆਇਆ ਜਾਏ ਸੀ ਜੀਓ। ਜਿਹੜਾ ਜਨਮ ਲੈ ਕੇ ਇੱਥੇ ਆ ਗਿਆ ਨਾ ਦੁਨੀਆ ਦੇ ਵਿੱਚ, ਭਾਵੇਂ ਤੂੰ ਲੱਖਾਂ ਯਤਨ ਕਰ ਲਾ, ਮੌਤ ਵੀ ਜ਼ਰੂਰ ਆਉਣੀ ਹੈ। ਬਚਪਨ ਤੋਂ ਬਾਅਦ ਵਿੱਚ ਜਵਾਨੀ ਆਈ ਹੈ, ਭਾਵੇਂ ਅਸੀਂ ਕਿੰਨਾ ਵੀ ਜ਼ੋਰ ਲਾ ਲਈਏ ਵੀ ਮੈਂ ਜਵਾਨ ਨਹੀਂ ਹੋਣਾ, ਜਵਾਨੀ ਆਪਣੇ ਆਪ ਹੀ ਆ ਜਾਣੀ। ਜ਼ੋਰ ਅਸੀਂ ਲਾਇਆ ਹੈ ਵੀ ਮੈਂ ਜਵਾਨ ਨਾ ਹੋਵਾਂ, ਬਚਪਨ ਵਿੱਚ ਹੀ ਰਵਾਂ, ਪਰ ਕੀ ਸਾਡਾ ਬਚਪਨ ਸਾਡੇ ਕੋਲ ਹੈ? ਛੋਟੇ ਹੁੰਦਿਆਂ ਜਿਹੜਾ ਅਸੀਂ ਖੇਡਦੇ ਰਹੇ, ਕਈ ਤਰ੍ਹਾਂ ਦੀਆਂ ਸ਼ਰਾਰਤਾਂ ਕਰਦੇ ਰਹੇ, ਜੀ ਤੇ ਕਰਦਾ ਹੈ ਨਾ, ਪਰ ਉਹ ਬਚਪਨ ਵਿੱਚ ਜਾ ਨਹੀਂ ਸਕਦੇ। ਹੁਣ ਜਵਾਨੀ ਆ ਗਈ ਹੈ, ਜਵਾਨੀ ਤੋਂ ਬਾਅਦ ਵਿੱਚ ਵਿਅਕਤੀ ਸੋਚਦਾ ਵੀ ਹੁਣ ਬੁੱਢਾ ਨਾ ਹੋਵਾਂ, ਉਹਦੇ ਵਾਸਤੇ ਵੀ ਬੜੇ ਯਤਨ ਕਰਦਾ। ਪਰ ਜਵਾਨੀ ਤੋਂ ਬਾਅਦ ਵਿੱਚ ਬੁਢੇਪਾ ਵੀ ਆਉਂਦਾ ਪਿਆ, ਉਹਨੇ ਆ ਹੀ ਜਾਣਾ, ਭਾਵੇਂ ਤੂੰ ਕਿੰਨਾ ਵੀ ਕੋਸ਼ਿਸ਼ ਕਿਉਂ ਨਾ ਕਰ ਲਾ। ਤੇ ਜੇ ਬੁਢੇਪਾ ਆ ਗਿਆ, ਬੁੱਢਾ ਹੋ ਗਿਆ, ਤੇ ਫਿਰ ਬੁਢੇਪੇ ਤੋਂ ਬਾਅਦ ਵਿੱਚ ਮੌਤ ਵੀ ਆਉਣੀ ਹੈ। ਤੂੰ ਜਿੰਨਾ ਮਰਜ਼ੀ ਜ਼ੋਰ ਲਾ ਲਾ ਵੀ ਨਾ ਆਵੇ, ਨਹੀਂ। ਬਚਪਨ ਤੋਂ ਬਾਅਦ ਵਿੱਚ ਜਵਾਨੀ ਆਈ ਹੈ, ਜਵਾਨੀ ਤੋਂ ਬਾਅਦ ਵਿੱਚ ਬੁਢੇਪਾ ਆਇਆ, ਬੁਢੇਪੇ ਤੋਂ ਬਾਅਦ ਵਿੱਚ ਮੌਤ ਵੀ ਪੱਕੀ ਹੈ। ਨਾ ਤੂੰ ਜਵਾਨੀ ਰੋਕ ਸਕਿਆ, ਨਾ ਤੂੰ ਬੁਢੇਪਾ ਰੋਕ ਸਕਿਆ, ਨਾ ਤੂੰ ਮੌਤ ਰੋਕ ਸਕੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਵੇਂ ਤੂੰ ਜਨਮ ਲੈ ਕੇ ਦੁਨੀਆ 'ਤੇ ਆਇਆ, ਤੈਨੂੰ ਦੁਨੀਆ ਤੋਂ ਜਾਣਾ ਵੀ ਪੈਣਾ ਹੈ। ਦਿਨ ਤੇ ਸਰ ਪਰ ਪੌਸੀ ਰਾਤ, ਬਾਣੀ ਦਾ ਬਚਨ ਹੈ, ਜੇ ਦਿਨ ਚੜ੍ਹਿਆ ਤੇ ਰਾਤ ਪੈਣੀ ਹੈ। ਤੇ ਗੁਰਮੁਖਾ ਇਸੇ ਤਰ੍ਹਾਂ ਜੇ ਦੁਨੀਆ 'ਤੇ ਆਇਆ ਤੇ ਦੁਨੀਆ ਤੋਂ ਜਾਣਾ ਵੀ ਪੈਣਾ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜਾ ਦੁਨੀਆ ਵਿੱਚ ਆਇਆ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੇ ਪਰਿਵਾਰ ਨੂੰ ਉਪਦੇਸ਼ ਦਿੰਦੇ ਪਏ। ਮਾਤਾ ਸਾਹਿਬ ਮਾਤਾ ਨਾਨਕੀ ਜੀ ਔਰ ਮਾਤਾ ਸਾਹਿਬ ਮਾਤਾ ਗੁਜਰੀ ਜੀ ਬੜਾ ਵੈਰਾਗ ਕਰਦੇ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਇਸ ਵੇਲੇ ਦਿੱਲੀ ਵਿੱਚ ਕੈਦ ਨੇ,
ਤੇ ਮਹਾਰਾਜ ਨੇ ਫਿਰ ਬਚਨੇ ਬਖਸ਼ਿਆ, ਕਹਿਣ ਲੱਗੇ ਜਿਹੜਾ ਪੈਦਾ ਹੋਇਆ ਨਾ ਉਹਨੇ ਵਿਣਸਣਾ ਜ਼ਰੂਰ ਹੈ, ਮੁੱਕਣਾ ਜ਼ਰੂਰ ਹੈ। ਜੇ ਅਸੀਂ ਸਰੀਰ ਛੱਡਣਾ ਹੈ ਤੇ ਉਹ ਅਸੀਂ ਅਨੰਦਪੁਰ ਸਾਹਿਬ ਦੇ ਵਿੱਚ ਬੈਠਿਆਂ ਵੀ ਛੱਡ ਜਾਣਾ ਹੈ। ਤੇ ਜਿਹੜਾ ਸਰੀਰ ਅਸੀਂ ਅਨੰਦਪੁਰ ਸਾਹਿਬ ਛੱਡਣਾ, ਜੇ ਉਹੀ ਅਸੀਂ ਦਿੱਲੀ ਵੀ ਛੱਡ ਦਈਏ ਥਾਂ ਹੀ ਬਦਲੇਗਾ ਨਾ, ਸਰੀਰ ਤੇ ਛੱਡਣਾ ਹੀ ਹੈ। ਤੇ ਨਾਲੇ ਬਚਨ ਬਖਸ਼ਿਆ, ਕਹਿਣ ਲੱਗੇ ਜੋ ਉਪਜਿਓ, ਜਿਹੜਾ ਵੀ ਪੈਦਾ ਹੋਇਆ, ਇਕੱਲੇ ਮਨੁੱਖ ਦੀ ਗੱਲ ਨਹੀਂ ਹੈ, ਪਸ਼ੂ ਦੀ ਵੀ ਉਮਰ ਹੈ, ਪੰਛੀ ਦੀ ਵੀ ਉਮਰ ਹੈ, ਰੁੱਖ ਬੂਟੇ ਜਿੰਨੇ ਨੇ, ਰੁੱਖਾਂ ਦੀ ਵੀ ਇੱਕ ਉਮਰਾ ਹੈ। ਖੜਾ ਖੜਾ ਰੁੱਖ ਸੁੱਕ ਜਾਂਦਾ ਜਦੋਂ ਉਮਰਾ ਪੂਰੀ ਹੋ ਜਾਂਦੀ ਹੈ। ਬੜੇ ਬੜੇ ਤਾਕਤ ਵਾਲੇ ਜਾਨਵਰ, ਹਾਥੀ ਵਰਗੇ ਵੀ ਮਰਦੇ ਨੇ, ਸ਼ੇਰ ਵਰਗਿਆਂ ਨੂੰ ਵੀ ਮੌਤ ਆਉਂਦੀ ਹੈ, ਚਿੜੀਆਂ ਤੇ ਕਾਂ ਵੀ ਮਰਦੇ ਨੇ, ਮੌਤ ਮਨੁੱਖਾਂ ਨੂੰ ਵੀ ਆਉਣੀ ਹੈ। ਕਿਉਂਕਿ ਜਿਹੜਾ ਵੀ ਆਇਆ ਹੈ ਉਹਨੇ ਦੁਨੀਆ ਤੋਂ ਜਾਣਾ ਜ਼ਰੂਰ ਹੈ। ਜਦੋਂ ਸਮਾਂ ਸਾਡਾ ਸ਼ੁਰੂ ਹੋ ਜਾਂਦਾ ਨਾ, ਜਦੋਂ ਅਸੀਂ ਮਾਤਾ ਦੇ ਗਰਭ ਦੇ ਵਿੱਚੋਂ ਬਾਹਰ ਦੁਨੀਆ ਤੇ ਆਉਂਦੇ ਹਾਂ, ਜਨਮ ਲੈਂਦੇ ਹਾਂ, ਨਾਲ ਹੀ ਸਮੇਂ ਦੀ ਸੂਈ ਚੱਲ ਪੈਂਦੀ ਹੈ। ਜੇ ਅਸੀਂ 1 ਘੰਟੇ ਦਾ ਸਮਾਂ ਲਿਖਵਾ ਕੇ ਆਏ ਹਾਂ, ਜਨਮ ਲੈਂਦਿਆਂ ਨਾਲ ਉਹ ਘੰਟੇ ਦਾ ਸਫ਼ਰ ਸ਼ੁਰੂ ਹੋ ਜਾਣਾ ਹੈ। ਤੇ ਸੂਈ ਘੁੰਮਦਿਆਂ ਘੁੰਮਦਿਆਂ ਜਦੋਂ ਘੰਟਾ ਹੋ ਗਿਆ, ਉਮਰਾਂ ਪੂਰੀ, ਨਾਲ ਹੀ ਦੁਨੀਆ ਤੋਂ ਜਾਣਾ ਪਵੇਗਾ। ਸਮਾਂ ਚੱਲ ਪੈਂਦਾ ਨਾਲ ਹੀ ਜਦੋਂ ਸਾਡਾ ਜਨਮ ਹੁੰਦਾ। ਤੇ ਜਿੰਨਾ ਸਮਾਂ ਲਿਖਵਾ ਕੇ ਆਏ ਆ ਉਹਨਾਂ ਚਿਰ ਹੀ ਦੁਨੀਆ ਦਾ ਇਹ ਰੰਗ ਤਮਾਸ਼ਾ ਹੈ। ਸਮਾਂ ਪੂਰਾ ਹੋਇਆ ਤੇ ਦੁਨੀਆ ਛੱਡ ਕੇ ਤੁਰ ਪਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਜੀਵ ਆਇਆ ਦੁਨੀਆ ਤੇ ਅਤੇ ਫਿਰ ਇਸਨੇ ਦੁਨੀਆ ਤੋਂ ਜਾਣਾ ਵੀ ਹੈ। ਹੁਕਮੀ ਹੋਏ ਨਿਬੇੜ ਭਰਮ ਚੁਕਾਏ ਸੀ ਜੀਓ। ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੀ ਨਿਬੇੜਾ ਹੁੰਦਾ। ਕਿੰਨੇ ਪਾਪ ਕੀਤੇ, ਕਿੰਨੇ ਪੁੰਨ ਕੀਤੇ, ਪਾਪਾਂ ਦੀ ਸਜ਼ਾ ਕੀ ਹੈ, ਪੁੰਨਾਂ ਦੀ ਸਜ਼ਾ ਕੀ ਹੈ, ਪਾਪ ਪੁੰਨ ਦੀ ਫਿਰ ਸਜ਼ਾ ਮਿਲਦੀ ਹੈ, ਉਹਦੇ ਹੁਕਮ ਵਿੱਚ ਨਿਬੇੜ ਹੁੰਦਾ ਹੈ। ਉੱਥੇ ਫਿਰ ਸਿਫਾਰਿਸ਼ ਕੋਈ ਨਹੀਂ ਚੱਲਦੀ ਹੈ। ਇੱਥੇ ਅਸੀਂ ਜੱਜ ਖਰੀਦ ਸਕਦੇ ਹਾਂ, ਵਕੀਲ ਖਰੀਦੇ ਜਾਂਦੇ ਨੇ, ਗਵਾਹ ਖਰੀਦੇ ਜਾਂਦੇ ਨੇ, ਝੂਠੀਆਂ ਸੱਚੀਆਂ ਗਵਾਹੀਆਂ ਹੋ ਜਾਂਦੀਆਂ, ਬੜਾ ਕੁਝ ਹੋ ਜਾਂਦਾ, ਸਰਕਾਰਾਂ ਖਰੀਦੀਆਂ ਜਾਂਦੀਆਂ। ਪਰ ਪਰਮਾਤਮਾ ਦੇ ਦਰ 'ਤੇ ਨਾ ਉੱਥੇ ਵਕੀਲ ਖਰੀਦਿਆ ਜਾਣਾ, ਨਾ ਕੋਈ ਜੱਜ, ਕੋਈ ਨਹੀਂ ਖਰੀਦਿਆ ਜਾ ਸਕੇਗਾ। ਉੱਥੇ ਤੇ ਕਰਮਾਂ ਦਾ ਨਿਬੇੜਾ ਹੈ। ਤੇ ਕਿਸੇ ਵਿਦਵਾਨ ਨੇ ਲਿਖਿਆ ਨਾ, ਕਹਿਣ ਲੱਗਾ ਉੱਥੇ ਕਰਮਾਂ ਦੇ ਹੋਣਗੇ ਨਿਬੇੜੇ, ਕਿਸੇ ਨਹੀਂ ਤੇਰੀ ਜਾਤ ਪੁੱਛਣੀ। ਉੱਥੇ ਇਹ ਨਹੀਂ ਪੁੱਛਣਾ ਵੀ ਤੂੰ ਕਿਹੜੀ ਜਾਤੀ ਦਾ, ਕਿਹੜੇ ਧਰਮ ਦਾ, ਕਿਹੜੇ ਮਜ਼ਹਬ ਦਾ, ਨਹੀਂ। ਉੱਥੇ ਤੇ ਇਹ ਪੁੱਛਣਾ ਵੀ 10 ਕਰਮ ਕਿਹੜੇ ਕੀਤੇ ਸਨ। ਜੇ ਪਾਪ ਦੇ ਕੀਤੇ ਉਹਦੀ ਸਜ਼ਾ ਅਲੱਗਾ, ਪੁੰਨ ਦੇ ਕੀਤੇ ਉਹਦੀ ਸਜ਼ਾ ਅਲੱਗਾ ਹੈ, ਵੱਖਰੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹੁਕਮੀ ਹੋਏ ਨਿਬੇੜ, ਹੁਕਮ ਦੇ ਵਿੱਚ ਹੀ ਨਿਬੇੜਾ ਹੋਣਾ ਤੇਰੇ ਕਰਮਾਂ ਦਾ। ਅਤੇ ਭਰਮ ਚੁਕਾਏ ਸੀ ਜੀਓ, ਜਿਹੜੇ ਭਰਮ ਦੇ ਵਿੱਚ ਪਿਆ ਹੋਇਆ, ਜੇ ਹੁਕਮੀ ਪਰਮਾਤਮਾ ਦਾ ਹੁਕਮ ਹੋਇਆ ਤੇ ਭਰਮ ਵੀ ਤਾਂ ਹੀ ਖਤਮ ਹੋਣਾ ਹੈ। ਇਹ ਭਰਮ ਦੇ ਵਿੱਚੋਂ ਤਾਂ ਹੀ ਕੱਢਣਾ ਜੇ ਪਰਮਾਤਮਾ ਹੁਕਮ ਕਰ ਦਿੰਦੇ ਹਨ। ਗੁਰ ਭਰਮ ਚੁਕਾਏ ਅਕਥ ਕਹਾਏ। ਜਿਨ੍ਹਾਂ ਦਾ ਭਰਮ ਖਤਮ ਕਰਨਾ ਨਾ, ਉਹਨਾਂ ਨੂੰ ਗੁਰੂ ਦੇ ਨਾਲ ਉਹ ਜੋੜ ਦਿੰਦਾ। ਪਰਮਾਤਮਾ ਵੇਖਦਾ ਨਾ ਵੀ ਇਹ ਜੀਵ ਦਾ ਭਰਮ ਖਤਮ ਕਰਨਾ, ਉਹਨੂੰ ਗੁਰੂ ਵਾਲਾ ਬਣਾ ਦਿੰਦਾ ਤੇ ਗੁਰੂ ਦਾ ਉਹਨੂੰ ਚੇਲਾ ਬਣਾ ਦਿੰਦਾ। ਗੁਰੂ ਫਿਰ ਉਪਦੇਸ਼ ਦੇ ਕੇ ਉਹਦਾ ਭਰਮ ਤੋੜ ਦਿੰਦਾ। ਤੋੜਨਾ ਭਰਮ ਗੁਰੂ ਨੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰ ਭਰਮ ਚੁਕਾਏ। ਜਦੋਂ ਗੁਰੂ ਵਾਲਾ ਬਣ ਗਿਆ, ਸਾਰੇ ਭਰਮ ਚੁੱਕੇ ਗਏ, ਖਤਮ ਹੋ ਗਏ। ਇਹ ਭਰਮ ਗੁਰਮੁਖੋ ਸ਼ਬਦ ਨਿੱਕਾ ਜਿਹਾ ਤਾਕਤ ਬੜੀ ਵੱਡੀ ਰੱਖਦਾ। ਮਹਾਰਾਜ ਨੇ ਬਚਨ ਲਿਖਿਆ, ਭਰਮੇ ਸੁਰ ਨਰ ਦੇਵੀ ਦੇਵਾ। ਇਹ ਭਰਮ ਏਡੀ ਵੱਡੀ ਤਾਕਤ ਹੈ ਵੀ ਦੇਵਤੇ ਵੀ ਇਹਦੇ ਚੱਕਰ ਵਿੱਚੋਂ ਬਾਹਰ ਨਹੀਂ ਨਿਕਲ ਸਕੇ। ਤੇ ਜਿਹਦੇ ਕੋਲੋਂ ਦੇਵਤੇ ਨਹੀਂ ਛੁੱਟ ਸਕੇ ਤੇ ਗੁਰਮੁਖੋ ਆਪਾਂ ਕਿਵੇਂ ਛੁੱਟਾਂਗੇ? ਆਪਣੇ ਕੋਲ ਤਾਂ ਉਨੀ ਤਾਕਤ ਵੀ ਨਹੀਂ ਹੈ। ਪਰ ਗੁਰ ਭਰਮ ਚੁਕਾਏ, ਗੁਰੂ ਜਿਹੜਾ ਉਹ ਦੇਵਤਿਆਂ ਤੋਂ ਵੀ ਵੱਡਾ ਹੈ। ਇਸ ਕਰਕੇ ਗੁਰੂ ਭਰਮ ਨੂੰ ਖਤਮ ਕਰ ਦਿੰਦਾ। ਗੁਰੂ ਪਰਮੇਸ਼ਰ ਹੈ ਨਾ, ਗੁਰ ਪਰਮੇਸ਼ਰ ਏਕੋ ਜਾਨ। ਇਸ ਕਰਕੇ ਗੁਰੂ ਕਿਰਪਾ ਕਰਦੇ, ਭਰਮ ਨੂੰ ਚੁਕਾ ਦਿੰਦੇ, ਖਤਮ ਕਰ ਦਿੰਦੇ। ਅਕਥ ਕਹਾਏ, ਜਿਹੜਾ ਕਥਨ ਤੋਂ ਰਹਿਤ ਹੈ ਪਰਮਾਤਮਾ, ਉਹਦੇ ਨਾਮ ਨੂੰ ਗੁਰੂ ਜਪਾਉਂਦੇ ਹਨ। ਸੱਚ ਮਹਿ ਸਾਚ ਸਮਾਣਾ। ਜਿਹੜੇ ਗੁਰਮੁਖ ਨੇ ਸੱਚ ਦੇ ਵਿੱਚ ਰਹਿ ਕੇ ਤੇ ਸੱਚ ਵਿੱਚ ਹੀ ਸਮਾ ਜਾਂਦੇ। ਸੱਚੇ ਨਾਮ ਨੂੰ ਜਪ ਕੇ, ਸੱਚੇ ਨਾਮ ਨੂੰ ਜਪਦਿਆਂ ਜਪਦਿਆਂ ਅਕਾਲ ਪੁਰਖ ਦੇ ਵਿੱਚ ਸਮਾ ਜਾਂਦੇ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ। ਜੋਤੀ ਜੋਤ ਰਲੀ ਸੰਪੂਰਨ ਥੀਆ, ਰਾਮ ਐਸੀ ਦਾਤ ਬਖਸ਼ਦੇ ਹਨ। ਆਪ ਪਾਏ ਆਪ ਸਮਾਏ, ਹੁਕਮੀ ਹੁਕਮ ਪਛਾਣਾ। ਉਸ ਹੁਕਮੀ ਪਰਮਾਤਮਾ ਨੇ ਆਪ ਉਪਾਏ, ਜੀਵ ਪੈਦਾ ਵੀ ਆਪ ਕੀਤੇ, ਜਨਮ ਵੀ ਆਪੇ ਦਿੰਦਾ।
ਆਪ ਸਮਾਏ, ਫਿਰ ਇਹਨਾਂ ਨੂੰ ਸਮਾਪਤ ਵੀ ਆਪ ਹੀ ਕਰਦਾ, ਖਾਤਮਾ ਵੀ ਆਪ ਹੀ ਕਰਦਾ, ਅੰਤ ਵੀ ਆਪ ਕਰਦਾ, ਪੈਦਾ ਕਰਨ ਵਾਲਾ ਵੀ ਆਪ ਹੈ ਅਤੇ ਇਸੇ ਤਰ੍ਹਾਂ ਲਹਿਤਾ ਕਰਨ ਵਾਲਾ, ਸਮਾਪਤ ਕਰਨ ਵਾਲਾ ਵੀ ਆਪ ਹੈ। ਉਸ ਹੁਕਮੀ ਪ੍ਰਮਾਤਮਾ ਦੇ ਹੁਕਮ ਨੂੰ ਗੁਰਮੁਖਾਂ ਨੇ ਪਛਾਣਿਆ ਹੈ। ਸੱਚੀ ਵਡਿਆਈ ਗੁਰ ਤੇ ਪਾਈ, ਤੂੰ ਮਨ ਅੰਤ ਸਖਾਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਸ ਦੀ ਸੱਚੀ ਵਡਿਆਈ ਜਿਹੜੀ ਹੈ ਨਾ ਗੁਰਮੁਖੋ ਗੁਰੂ ਤੋਂ ਪ੍ਰਾਪਤ ਹੋਈ ਹੈ। ਗੁਰੂ ਪ੍ਰਾਪਤ ਕੀਤਾ ਹੈ ਤੇ ਸੱਚੀ ਵਡਿਆਈ ਪ੍ਰਾਪਤ ਹੋਈ ਹੈ। ਸੱਚੀ ਵਡਿਆਈ ਗੁਰ ਤੇ ਪਾਈ, ਗੁਰਾਂ ਦੇ ਕੋਲੋਂ ਇਹ ਸੱਚੀ ਵਡਿਆਈ ਪ੍ਰਾਪਤ ਹੁੰਦੀ ਹੈ। ਤੂੰ ਮਨ ਅੰਤ ਸਖਾਈ। ਇਸ ਕਰਕੇ ਇਹ ਮਨ ਅੰਤ ਵੇਲੇ ਉਹ ਪ੍ਰਮਾਤਮਾ ਨੇ ਤੇਰੀ ਸਹਾਇਤਾ ਕਰਨੀ ਹੈ। ਦੁਨੀਆ ਵਿੱਚ ਕੋਈ ਸਹਾਇਤਾ ਨਹੀਂ ਕਰ ਸਕਦਾ। ਰਿਸ਼ਤੇਦਾਰ, ਸਾਕ ਸੰਬੰਧੀ, ਧੀਆਂ ਪੁੱਤਰ, ਮਾਤਾ ਪਿਤਾ, ਸਿਰਫ ਉਹਨਾਂ ਚਿਰ ਜਿੰਨਾ ਚਿਰ ਮੌਤ ਨਹੀਂ ਆਉਂਦੀ ਹੈ। ਮੌਤ ਤੋਂ ਬਾਅਦ ਵਿੱਚ ਸਭ ਦਾ ਸਾਥ ਛੁੱਟ ਜਾਂਦਾ ਹੈ, ਸਾਰਿਆਂ ਦੀ ਤਾਕਤ ਖਤਮ ਹੋ ਜਾਂਦੀ ਹੈ। ਵੱਧ ਤੋਂ ਵੱਧ ਕੋਈ ਜਾਵੇਗਾ ਸ਼ਮਸ਼ਾਨ ਤੱਕ ਨਾਲ ਜਾਂਦਾ, ਪਰ ਸ਼ਮਸ਼ਾਨ ਵਿੱਚ ਜਾ ਕੇ ਕਿਸੇ ਨੇ ਇਹ ਨਹੀਂ ਆਖਿਆ ਵੀ ਮੈਨੂੰ ਵੀ ਲੱਕੜਾਂ ਦੇ ਉੱਪਰ ਇਹਦੇ ਨਾਲ ਹੀ ਲੰਮੇ ਪਾ ਦਿਓ, ਮੈਂ ਵੀ ਨਾਲ ਜਾਣਾ। ਭਾਵੇਂ ਰੋਂਦਾ ਪਿਆ ਦੂਰੋਂ ਵੇਖ ਵੇਖ ਕੇ, ਪਰ ਨਾਲ ਜਾਣ ਵਾਸਤੇ ਤਿਆਰ ਕੋਈ ਨਹੀਂ ਹੈ। ਰਿਸ਼ਤੇਦਾਰ ਸ਼ਮਸ਼ਾਨ ਤੱਕ, ਪਰ ਜਿਹੜੇ ਤੇਰੇ ਕਰਮ ਨੇ ਉਹ ਤੇਰੇ ਨਾਲ ਤੱਕ ਜਾਣਗੇ। ਜਿੱਥੋਂ ਤੱਕ ਤੂੰ ਜਾਣਾ, ਕਰਮਾਂ ਨੇ ਉੱਥੇ ਤੇਰੇ ਨਾਲ ਹੋ ਕੇ ਗਵਾਹੀ ਦੇਣੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਚਨ ਇਹ ਹੈ ਕਿ ਤੂੰ ਮਨ, ਆਪਣੇ ਮਨ ਦੇ ਵਿੱਚ ਉਸ ਪ੍ਰਮਾਤਮਾ ਦੇ ਨਾਮ ਨੂੰ ਮੰਨਣ ਕਰ, ਜਿਹੜਾ ਅੰਤ ਵੇਲੇ ਸਹਾਇਤਾ ਕਰਨ ਵਾਲਾ ਹੈ। ਨਾਨਕ ਸਾਹਿਬ ਅਵਰ ਨਾ ਦੂਜਾ, ਨਾਮ ਤੇਰਾ ਵਡਿਆਈ। ਸਤਿਗੁਰੂ ਬਖਸ਼ਿਸ਼ ਕਰਦੇ, ਐ ਸਾਹਿਬ ਪ੍ਰਮਾਤਮਾ ਤੇਰੇ ਬਿਨਾ ਕੋਈ ਦੂਜਾ ਹੈ ਹੀ ਨਹੀਂ ਹੈ। ਜੇ ਦੂਜਾ ਨਹੀਂ ਤੇ ਫਿਰ ਜਪੀਏ ਕਿਹਨੂੰ? ਇਸ ਕਰਕੇ ਨਾਮ ਤੇਰਾ ਵਡਿਆਈ, ਤੇਰੇ ਨਾਮ ਦੇ ਵਿੱਚ ਹੀ ਸਾਡੀ ਵੱਡੀ ਵਡਿਆਈ ਹੈ। ਕਿਉਂਕਿ ਜਿਨ੍ਹਾਂ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੂੰ ਵਡਿਆਈਆਂ ਮਿਲੀਆਂ। ਜਿਹੜੇ ਜਿਹੜੇ ਨਾਮ ਜਪਣਗੇ ਅੱਗੇ ਵਾਸਤੇ ਵੀ ਵਡਿਆਈਆਂ ਪ੍ਰਾਪਤ ਕਰਦੇ ਰਹਿਣਗੇ। ਸਾਰੀਆਂ ਵਡਿਆਈਆਂ ਤੇਰੇ ਨਾਮ ਦੇ ਵਿੱਚ ਨੇ। ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੂੰ ਵਡਿਆਈ ਪ੍ਰਾਪਤ ਹੁੰਦੀ ਹੈ। ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਵਿਚਾਰ ਕਰਦਿਆਂ ਭੁੱਲ ਚੁੱਕ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਸੱਚੀ ਵਡਿਆਈ ਗੁਰ ਤੇ ਪਾਈ, ਤੂੰ ਮਨ ਅੰਤ ਸਖਾਈ। ਨਾਨਕ ਸਾਹਿਬ ਅਵਰ ਨਾ ਦੂਜਾ, ਨਾਮ ਤੇਰਾ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।